सत श्री अकाल। मैं डॉक्टर देविंदर कौर, रिटायर्ड प्रोफैसर म्यूजिक इंस्ट्रूमेंटल गवर्नमेंट कॉलेज फॉर गर्ल्स पटियाला तो हाँ। मैं आज अपनी लिखी हुई कहानी अरमान ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ। ਮੇਰੀ ਇਹ ਕਹਾਣੀ ਵੀ ਹੋਰ ਕਹਾਣੀਆਂ ਵਾਂਗ ਸਨ 1981 ਦੀ ਰਣਜੀਤ ਅਖਬਾਰ ਵਿੱਚ ਛਪੀ ਹੋਈ ਹੈ। ਆਪਣੀ ਕਹਾਣੀ ਅਰਮਾਨ ਤੁਹਾਡੇ ਨਾਲ ਸਾਂਝਾ ਕਰਨ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਡਾਕਟਰ ਗਗਨਦੀਪ ਕੌਰ ਗੁਲਾਟੀ ਜੀ ਦਾ, ਜਿਨ੍ਹਾਂ ਨੇ ਆਪਣੇ YouTube ਚੈਨਲ ਵੀਵਿੰਗ ਡ੍ਰੀਮਸ 'ਤੇ ਕਹਾਣੀ ਪ੍ਰਸਾਰਨ ਕਰਨ ਦਾ ਇਹ ਨਿਵੇਕਲਾ ਕਾਰਜ ਆਰੰਭਿਆ ਹੈ। ਮੈਂ ਬਹੁਤ ਉਹਨਾਂ ਨੂੰ ਵਧਾਈ ਦਿੰਦੀ ਹਾਂ ਕਿ ਮੇਰੀਆਂ ਸ਼ੁਭ ਇੱਛਾਵਾਂ ਹਮੇਸ਼ਾ ਉਹਨਾਂ ਦੇ ਨਾਲ ਹਨ, ਕਿਉਂਕਿ ਉਹ ਹਮੇਸ਼ਾ ਹੀ ਕੋਈ ਨਾ ਕੋਈ ਨਿਵੇਕਲਾ ਕਾਰਜ ਕਰਦੇ ਰਹਿੰਦੇ ਹਨ। ਮੈਂ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੇ ਚੈਨਲ 'ਤੇ ਅੱਜ ਮੌਕਾ ਦੇ ਕੇ ਮੈਨੂੰ ਤੁਹਾਡੇ ਰੂਬਰੂ ਕੀਤਾ ਹੈ। ਤੋ ਲਓ ਪੇਸ਼ ਹੈ ਮੇਰੀ ਕਹਾਣੀ ਅਰਮਾਨ। ਕਿੰਨੀ ਖੁਸ਼ ਸੀ ਅੱਜ ਉਹ। ਉਸਦੇ ਲਈ ਤਾਂ ਜਿਵੇਂ ਅੱਜ ਈਦ ਦਾ ਦਿਨ ਸੀ। ਸਾਰੀ ਹਵੇਲੀ ਨੂੰ ਇੱਕ ਦੁਲਹਨ ਵਾਂਗ ਸਜਾ ਰਹੀ ਸੀ। ਕਿਧਰੇ ਕਿਸੇ ਦੀਵਾਰ 'ਤੇ ਕੋਈ ਤਸਵੀਰ ਟੰਗਦੀ ਤੇ ਕਿਧਰੇ ਫੁੱਲਦਾਨ ਵਿੱਚ ਤਾਜ਼ੇ ਫੁੱਲਾਂ ਦੀ ਦੇ ਗੁਲਦਸਤੇ ਸਜਾਉਂਦੀ, ਕਿਸੇ ਕਮਰੇ ਵਿੱਚ ਨਵੀਆਂ ਚਾਦਰਾਂ ਮੇਜ਼-ਪੋਚ ਵਿਛਾਉਂਦੀ। ਸਭ ਕੁਝ ਤਾਂ ਚਾਈਂ ਕਰ ਰਹੀ ਸੀ ਉਹ ਆਪ ਹੀ। ਚਿਹਰੇ 'ਤੇ ਖੁਸ਼ੀ ਇੰਝ ਠਾਠਾ ਮਾਰ ਰਹੀ ਸੀ ਜਿਵੇਂ ਗਮ ਦੀ ਕਦੀ ਕੋਈ ਵਾਹ ਵੀ ਨਾ ਉਸ ਪਾਸਿਓਂ ਲੱਗੀ ਹੋਵੇ। ਆਪਣੇ ਆਪ ਵਿੱਚ ਫੁੱਲੀ ਨਹੀਂ ਸਮਾ ਰਹੀ ਸੀ। ਰਹਿ ਕੇ ਭਰਾ ਰਾਜੂ ਦੀ ਰਾਹ ਤੱਕ ਰਹੀ ਸੀ। ਤੇ ਫਿਰ ਉਸ ਘੜੀ ਦੀ ਉਡੀਕ ਵਿੱਚ ਤਾਂ ਉਹ ਭੁੱਲ ਹੀ ਗਈ ਸੀ ਕਿ ਜਿਸ ਹਵੇਲੀ ਨੂੰ ਅੱਜ ਉਹ ਦੁਲਹਨ ਵਾਂਗ ਸਜਾ ਰਹੀ ਹੈ ਤੇ ਕਿਤਨੇ ਮਹਿਮਾਨਾਂ ਦੀ ਆਓ ਭਗਤ ਕਰ ਰਹੀ ਹੈ, ਉਸ ਵਿੱਚੋਂ ਕੁਝ ਹੀ ਦਿਨਾਂ ਵਿੱਚ ਉਸਨੇ ਆਪ ਹੀ ਦੁਲਹਨ ਬਣ ਕੇ ਚਲੇ ਜਾਣਾ ਹੈ। ਇੱਕ ਪਾਸੇ ਤੋਂ ਮਾਪਿਓ ਦੇ ਵਿਛੋੜੇ ਦਾ ਖਿਆਲ ਉਸਨੂੰ ਆਉਂਦਾ ਸੀ ਤੇ ਦੂਜੇ ਹੀ ਪਲ ਭਰਾ ਰਾਜੂ ਦੇ ਆਉਣ ਦੀ ਖੁਸ਼ੀ ਵਿੱਚ ਉਹ ਚਹਿਕ ਰਹੀ ਸੀ। ਕਿਤਨਾ ਪਿਆਰ ਸੀ ਸੱਚਮੁੱਚ ਦੋਹਾਂ ਭੈਣ ਭਰਾ ਵਿੱਚ। ਕੰਮਕਾਰ ਵਿੱਚ ਰੁੱਝੀ ਪਤਾ ਹੀ ਨਹੀਂ ਕਦੋਂ ਉਹ ਉਹਨਾਂ ਘੜੀਆਂ ਨੂੰ ਸਿਮਰਨ ਲੱਗੀ ਜਦੋਂ ਉਹ ਤੇ ਰਾਜੂ ਨਿੱਕੇ ਹੁੰਦੇ ਸਨ, ਨਿਰੇ ਬੱਚੇ। ਪਰ ਕਿੰਨਾ ਪਿਆਰ ਸੀ ਤਦ ਵੀ ਦੋਹਾਂ ਵਿੱਚ। ਬੱਚੇ ਹੁੰਦੇ ਵੀ ਉਹ ਕਦੇ ਨਹੀਂ ਸਨ ਲੜੇ। ਬਚਪਨ ਦੀ ਛੋਟੀ ਘਟਨਾ ਇੱਕ ਚਲ ਚਿੱਤਰ ਵਾਂਗ ਉਸਦੀਆਂ ਅੱਖਾਂ ਅੱਗੋਂ ਲੰਘਦੀ ਜਾ ਰਹੀ ਸੀ। ਸਕੂਲ ਤੇ ਫਿਰ ਸਕੂਲ ਤੋਂ ਬਾਅਦ ਕਾਲਜ ਦੀਆਂ ਯਾਦਾਂ। ਦੋਵੇਂ ਭੈਣ ਭਰਾ ਹੁਣ ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖ ਚੁੱਕੇ ਸਨ। ਜ਼ਿੰਦਗੀ ਸੁਪਨੇ ਘੜਨ ਲੱਗ ਗਈ ਸੀ। ਉਸਦਾ ਧਿਆਨ ਹੁਣ ਭਰਾ ਰਾਜੂ ਵੱਲੋਂ ਕੁਝ ਹਟ ਕੇ ਰਾਜੇਸ਼ ਵੱਲ ਖਿੱਚਿਆ ਗਿਆ ਸੀ। ਰਾਜੇਸ਼ ਰਾਜੂ ਦਾ ਹੀ ਇੱਕ ਦੋਸਤ ਸੀ ਜੋ ਘਰ ਵਿੱਚ ਆਉਂਦਾ ਜਾਂਦਾ ਸੀ ਤੇ ਉਸਦਾ ਧਿਆਨ ਅਨੀਲਾ ਵੱਲ ਖਿੱਚਿਆ ਗਿਆ ਸੀ। ਦੋਨਾਂ ਦੀ ਇੱਕ ਦੂਜੇ ਵੱਲ ਦਿਲੀ ਖਿੱਚ ਨੇ ਪਿਆਰ ਦਾ ਰੂਪ ਧਾਰਨ ਕਰ ਲਿਆ ਸੀ ਤੇ ਇਸ ਦੀ ਚਰਚਾ ਹੌਲੀ ਲੋਕਾਂ ਦੀ ਜ਼ੁਬਾਨ 'ਤੇ ਵੀ ਹੋਣ ਲੱਗੀ ਸੀ। ਇਹ ਖਬਰ ਰਾਜੂ ਦੇ ਕੰਨੀ ਵੀ ਪਈ। ਉਹ ਤਾਂ ਭੈਣ ਦੀ ਹਰ ਖੁਆਇਸ਼ ਪੂਰੀ ਕਰਨ ਵਿੱਚ ਹਰਦਮ ਤਿਆਰ ਰਹਿੰਦਾ ਸੀ। ਪਰ ਉਨੀ ਦਿਨੀ ਰਾਜੇਸ਼ ਫੌਜ ਵਿੱਚ ਭਰਤੀ ਹੋ ਗਿਆ ਤੇ ਫਿਰ ਕੁਝ ਹੀ ਚਿਰਾਂ ਵਿੱਚ ਉਹ ਕਪਤਾਨ ਵੀ ਬਣ ਗਿਆ ਸੀ। ਉਸ ਤੋਂ ਪਿੱਛੋਂ ਰਾਜੂ ਵੀ ਫੌਜ ਵਿੱਚ ਭਰਤੀ ਹੋ ਕੇ ਚਲਾ ਗਿਆ। ਅਨੀਲਾ ਵਿਚਾਰੀ ਇਕੱਲੀ ਰਹਿ ਗਈ ਸੀ। ਸਮਾਂ ਲੰਘ ਰਿਹਾ ਸੀ। ਉਹ ਆਪਣੇ ਦਿਲ ਵਿੱਚ ਰਾਜੇਸ਼ ਨੂੰ ਸਿਮਰਦੀ ਰਹੀ, ਸੋਚਦੀ ਹੁਣ ਤਾਂ ਰਾਜੂ ਵੀ ਫੌਜ ਵਿੱਚ ਚਲਾ ਗਿਆ ਹੈ। ਉਸਦੇ ਦਿਲ ਦੀਆਂ ਮਾਪਿਆਂ ਨੂੰ ਕੌਣ ਦੱਸੇਗਾ। ਮਾਪੇ ਤਾਂ ਬਸ ਹੁਣ ਜਲਦੀ ਨਾਲ ਉਸਦੀ ਸ਼ਾਦੀ ਦੀਆਂ ਸਲਾਹਾਂ ਕਰ ਰਹੇ ਸਨ। ਪਰ ਰਾਜੂ ਵਿੱਚੋਂ ਵਿੱਚ ਰਾਜੇਸ਼ ਦੀਆਂ ਸਿਫਤਾਂ ਦੇ ਪੁੱਲ ਮਾਪਿਆਂ ਦੇ ਅੱਗੇ ਬਣ ਚੁੱਕਿਆ ਸੀ ਤੇ ਅਨੀਲਾ ਦੀ ਸ਼ਾਦੀ ਰਾਜੇਸ਼ ਨਾਲ ਕਰਨ ਦੇ ਲਈ ਮਾਪਿਆਂ ਨੂੰ ਰਾਜ਼ੀ ਕਰ ਲਿਆ ਸੀ। ਬਸ ਫਿਰ ਕੀ ਸੀ, ਅਨੀਲਾ ਤੇ ਰਾਜੇਸ਼ ਦੀ ਸ਼ਾਦੀ ਤੈਅ ਹੋ ਗਈ, ਤਾਰੀਖ ਰੱਖੀ ਗਈ ਤੇ ਹੁਣ ਘਰ ਵਿੱਚ ਗਹਿਮਾ ਗਹਿਮੀ ਸੀ।
ਸਾਰੇ ਸਾਕ ਸੰਬੰਧੀਆਂ ਤੇ ਸਹੇਲੀਆਂ ਦਾ ਖੂਬ ਇਕੱਠ ਸੀ। ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ, ਫਿਰ ਇੱਕ ਦੂਜੇ ਨਾਲ ਮਜ਼ਾਕ ਤੇ ਛੇੜਛਾੜ। ਕੋਈ ਘਰ ਦੇ ਕੰਮ ਵਿੱਚ ਰੁੱਝਾ ਹੋਇਆ ਸੀ ਤੇ ਕੋਈ ਸਜਾਵਟ ਵਿੱਚ। ਰਾਜੇਸ਼ ਅਤੇ ਰਾਜੂ ਦੋਨਾਂ ਨੇ ਕੱਲ੍ਹ ਇਕੱਠੇ ਹੀ ਪਹੁੰਚਣਾ ਸੀ। ਨੀ ਅੱਜ ਮੇਰੇ ਵੀਰੇ ਆਉਣਾ, ਅਨੀਲਾ ਗੁਣਗੁਣਾਉਂਦੀ, ਪਰ ਵਿੱਚੋਂ ਵਿੱਚ ਰਾਜੇਸ਼ ਨੂੰ ਵੀ ਉਡੀਕ ਰਹੀ ਸੀ ਵੀਰੇ ਦੇ ਬਹਾਨੇ ਨਾਲ। ਕਿੰਨਾ ਖੁਸ਼ੀ ਦਾ ਤੇ ਭਾਗਾਂ ਭਰਿਆ ਦਿਨ ਹੋਵੇਗਾ ਕੱਲ੍ਹ। ਸ਼ਾਇਦ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਧ ਖੁਸ਼ੀ ਦਾ ਦਿਨ। ਸਦਰਾਂ, ਚਾਵਾਂ ਤੇ ਅਰਮਾਨਾਂ ਭਰਿਆ ਦਿਨ। ਖਿਆਲ ਆਉਂਦੇ ਹੀ ਅਨੀਲਾ ਕੁਝ ਸ਼ਰਮਾ ਜਿਹੀ ਜਾਂਦੀ, ਪਰ ਉਸਦਾ ਦਿਲ ਖੁਸ਼ੀ ਨਾਲ ਕਾਬੂ ਤੋਂ ਬਾਹਰ ਹੋ ਰਿਹਾ ਸੀ। ਪਤਾ ਨਹੀਂ ਕਿੰਨਾ ਹੀ ਚਿਰ ਉਹ ਇਹਨਾਂ ਸੋਚਾਂ ਵਿੱਚ ਘੁੰਮ ਰਹੀ ਸੀ। ਅੱਜ ਤੇ ਪਲਕ ਵਿਚਲੀ ਦੂਰੀ ਮੀਲਾਂ ਲੰਬੀ ਹੁੰਦੀ ਜਾਂਦੀ ਸੀ। ਘੜੀ ਦੀਆਂ ਸੂਈਆਂ ਜਿਵੇਂ ਰੁਕ ਹੀ ਗਈਆਂ ਸਨ। ਇੱਕ ਮਿੰਟ ਇੱਕ ਘੰਟਿਆਂ ਜਿੰਨਾ ਲੰਬਾ ਹੋ ਰਿਹਾ ਸੀ। ਜਦ ਉਸਦੀ ਵਿਚਾਰ ਧਾਰਾ ਟੁੱਟੀ ਤਾਂ ਪਤਾ ਲੱਗਿਆ ਕਿ ਬਹੁਤ ਹਨੇਰਾ ਹੋ ਚੁੱਕਿਆ ਹੈ ਤੇ ਜ਼ੋਰ-ਜ਼ੋਰ ਦੇ ਬੱਦਲ ਗਰਜ ਰਹੇ ਹਨ। ਬੱਦਲਾਂ ਦੀ ਡਰਾਉਣ ਦੀ ਗੜਗੜਾਹਟ ਨੇ ਹੀ ਉਸਦੀ ਵਿਚਾਰਧਾਰਾ ਤੋੜ ਦਿੱਤੀ ਸੀ ਤੇ ਇੰਜ ਡਰਾ ਰਹੇ ਸਨ ਜਿਵੇਂ ਕਿਧਰੇ ਬਿਜਲੀ ਗਿਰਨੀ ਹੋਵੇ। ਫਿਰ ਪਲਾਂ ਵਿੱਚ ਹੀ ਤੂਫਾਨ ਆ ਗਿਆ ਤੇ ਫਿਰ ਜ਼ੋਰਦਾਰ ਬਾਰਿਸ਼ ਘਰ ਦੀ ਸਾਰੀ ਸਜਾਵਟ ਦਾ ਮਲੀਆ ਮੇਟ ਕਰਨ ਤੇ ਤੁਲੀ ਹੋਈ ਸੀ। ਅਨੀਲਾ ਨੂੰ ਰਹਿ ਕੇ ਰੱਬ ਦੀ ਇਸ ਬੇਇਨਸਾਫੀ ਤੇ ਬਹੁਤ ਗੁੱਸਾ ਆ ਰਿਹਾ ਸੀ। ਕਿੰਨੀਆਂ ਸਦਰਾਂ ਨਾਲ ਉਸਨੇ ਸਾਰੀ ਸਜਾਵਟ ਕੀਤੀ ਸੀ। ਇੱਕ ਕਰਕੇ ਘਰ ਦੇ ਸਾਰੇ ਜੀਅ ਤੇ ਮਹਿਮਾਨ ਸੋ ਚੁੱਕੇ ਸਨ, ਪਰ ਅਨੀਲਾ ਵਿਚਾਰੀ ਇਕੱਲੀ ਇਸ ਤੂਫਾਨੀ ਰਾਤ ਵਿੱਚ ਕਰਵਟਾਂ ਬਦਲ ਰਹੀ ਸੀ। ਨੀਂਦ ਉਸਦੀਆਂ ਅੱਖਾਂ ਤੋਂ ਕੋਸਾਂ ਦੂਰ ਹੋ ਗਈ ਸੀ। ਉੱਪਰੋਂ ਮੌਸਮ ਵੀ ਤਾਂ ਇੰਨਾ ਡਰਾਉਣਾ ਹੋ ਗਿਆ ਸੀ। ਸਵੇਰ ਦੀ ਉਡੀਕ ਵਿੱਚ ਇੱਕ ਘੜੀ ਕੱਟਣੀ ਮੁਸ਼ਕਿਲ ਹੋ ਗਈ ਸੀ। ਕਰਵਟਾਂ ਬਦਲਦੇ ਪਤਾ ਹੀ ਨਹੀਂ ਚੱਲਿਆ ਕਿਹੜੀ ਘੜੀ ਉਸਦੀ ਅੱਖ ਲੱਗ ਗਈ ਤੇ ਕਦੋਂ ਸਵੇਰ ਹੋ ਗਈ ਸੀ। ਹੁਣ ਤੂਫਾਨ ਥੰਮ ਚੁੱਕਾ ਸੀ, ਪਰ ਹਵੇਲੀ ਦਾ ਸਾਰਾ ਹੁਲੀਆ ਵਿਗੜ ਚੁੱਕਾ ਸੀ। ਮੀਂਹ ਦੀ ਇੱਕ ਕਣੀ ਨੇ ਦੁਲਹਨ ਵਾਂਗ ਸ਼ਿੰਗਾਰੀ ਉਸ ਹਵੇਲੀ ਦਾ ਸਤਿਆਨਾਸ ਮਾਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਸਵੇਰ ਹੁੰਦੇ ਹੀ ਇੱਧਰ ਉੱਧਰ ਫਿਰ ਬੱਚਿਆਂ ਦਾ ਰੌਲਾ ਪੈ ਗਿਆ ਤੇ ਮਹਿਮਾਨਾਂ ਦੀ ਚਹਿਕ ਮਹਿਕ ਸ਼ੁਰੂ ਹੋ ਗਈ। ਸਾਰੇ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਗਏ, ਪਰ ਅਨੀਲਾ ਦਾ ਮਨ ਪਤਾ ਨਹੀਂ ਕਿਉਂ ਡੋਲ ਰਿਹਾ ਸੀ। ਬੁਝੇ ਹੋਏ ਮਨ ਨਾਲ ਕੁਝ ਸੋਚਾਂ ਵਿੱਚ ਪਈ ਹੋਈ ਸੀ ਕਿ ਅਚਾਨਕ ਉਸਦਾ ਧਿਆਨ ਰੇਡੀਓ 'ਤੇ ਆ ਰਹੀਆਂ ਖਬਰਾਂ ਵੱਲ ਗਿਆ, ਜੋ ਦੱਸ ਰਿਹਾ ਸੀ ਕਿ ਅੱਜ ਸਵੇਰੇ ਪਹੁੰਚਣ ਵਾਲਾ ਜਹਾਜ਼ ਇਸ ਤੂਫਾਨੀ ਰਾਤ ਵਿੱਚ ਚੱਟਾਨ ਨਾਲ ਟਕਰਾ ਕੇ ਚੂਰ-ਚੂਰ ਹੋ ਗਿਆ ਹੈ ਤੇ ਉਸ ਵਿੱਚੋਂ ਕੋਈ ਵੀ ਯਾਤਰੀ ਜ਼ਿੰਦਾ ਨਹੀਂ ਬਚਿਆ। ਫਿਰ ਉਸਨੇ ਜਹਾਜ਼ ਵਿਚਲੇ ਯਾਤਰੀਆਂ ਦੇ ਨਾਵਾਂ ਦੀ ਲਿਸਟ ਪੜ੍ਹਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਰਾਜੂ ਅਤੇ ਰਾਜੇਸ਼ ਦੋਹਾਂ ਦੇ ਨਾਮ ਉਸਨੇ ਬੋਲ ਦਿੱਤੇ ਸਨ। ਨਹੀਂ, ਅਨੀਲਾ ਦੀ ਇੱਕ ਚੀਖ ਨੇ ਹਵੇਲੀ ਦੀਆਂ ਕੰਧਾਂ ਵੀ ਕੰਬਾ ਦਿੱਤੀਆਂ ਤੇ ਦੂਜੀ ਹੀ ਘੜੀ ਉਹ ਬੁੱਤ ਬਣੀ ਖੜੀ ਸੁੰਨੀਆਂ ਅੱਖਾਂ ਨਾਲ ਆਪਣੇ ਅਰਮਾਨਾਂ ਦੀ ਲਾਸ਼ ਨੂੰ ਦੇਖ ਰਹੀ ਸੀ। ਧੰਨਵਾਦ। ਅਨੀਲਾ ਦਾ ਜੋ ਦੁਖਾਂਤ ਮੈਂ ਆਪਣੀ ਕਹਾਣੀ ਅਰਮਾਨ ਵਿੱਚ ਚਿਤਰਿਆ ਹੈ, ਜੇਕਰ ਕਿਧਰੇ ਉਹ ਤੁਹਾਨੂੰ ਟੁੰਬਿਆ ਹੋਵੇ ਤਾਂ ਇਸ ਕਹਾਣੀ ਨੂੰ ਜ਼ਰੂਰ ਲਾਈਕ ਕਰੋ ਅਤੇ ਇਸ 'ਤੇ ਆਪਣੇ ਕਮੈਂਟ ਵੀ ਦਿਓ। ਮੈਂ ਇੱਕ ਵਾਰੀ ਫਿਰ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਡਾਕਟਰ ਗਗਨਦੀਪ ਗੁਲਾਟੀ ਜੀ ਦਾ, ਕਿ ਉਹਨਾਂ ਨੇ ਤੁਹਾਡੇ ਰੂਬਰੂ ਹੋ ਕੇ ਅੱਜ ਮੈਨੂੰ ਆਪਣੀ ਕਹਾਣੀ ਅਰਮਾਨ ਸੁਣਾਉਣ ਦਾ ਮੌਕਾ ਮਿਲਿਆ। ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਧੰਨਵਾਦ ਮੇਰੀ ਇਹ ਕਹਾਣੀ ਸੁਣਨ ਲਈ। ਸਤਿ ਸ਼੍ਰੀ ਅਕਾਲ।